ਤੇ ਬਾਬਾ ਸ਼੍ਰੀ ਚੰਦ ਮਹਾਰਾਜ ਧੂਣੇ ਤੇ ਬੈਠੇ ਬਲਦਾ ਹੋਏ ਧੂਣੇ ਚੋਂ ਇੱਕ ਬੋਹੜ ਦੀ ਲੱਕੜ ਕੱਢੀ ਆ ਤੇ ਉਹ ਜ਼ਮੀਨ ਤੇ ਗੱਡੀ ਆ। ਉਹਨਾਂ ਕਿਹਾ ਜਾ ਚੋਵਾ ਮਾਤਾ ਹਰੋਂ ਨਹੀਂ ਹਰੀ ਹੁੰਦੀ ਤੇ ਤੂੰ ਹਰਿਆ ਹੋ ਜਾ। ਸੋ ਉਹ ਬਾਬਾ ਜੀ ਦੀ ਕਿਰਪਾ ਦੇ ਨਾਲ 1 ਕਿਲੋਮੀਟਰ ਪਿੰਡ ਜਾਂਗਲਾ ਤੇ ਕਾਦਰਾਬਾਦ ਵਿਖੇ, ਜੋ ਕਿ ਪਿੰਡ ਜਾਂਗਲਾ ਦੇ ਬਿਲਕੁਲ ਜ਼ਮੀਨ ਦੇ ਵਿੱਚ ਕਾਦਰਾਬਾਦ ਹੈ, ਜਿੱਥੇ ਸ਼ਹਿਰ ਜਿਹੜਾ ਗਰਕ ਹੋਇਆ ਸੀ ਉਹ ਹੁਣ ਦੁਬਾਰਾ ਵਸਿਆ ਵਾ, ਕਿਉਂਕਿ ਉਹ ਜਿਹੜੀ ਬੋਹੜ ਦੀ ਜੜ੍ਹ ਹੈ 1 ਕਿਲੋਮੀਟਰ ਤੱਕ ਇੱਥੇ ਚੱਲ ਕੇ ਆਈ ਹੈ। ਜਿਨ੍ਹਾਂ ਦੇ ਘਰ ਔਲਾਦ ਨਹੀਂ ਹੁੰਦੀ ਜਾਂ ਜਿਨ੍ਹਾਂ ਦੇ ਘਰ ਕੋਈ ਬੱਚਾ ਨਹੀਂ ਹੁੰਦਾ, ਉਹ ਫਿਰ ਇੱਥੇ ਆ ਕੇ ਬਾਬਾ ਜੀ ਦੇ ਇੱਥੇ ਬੋਹੜ ਸਾਹਿਬ ਵਿਖੇ ਆ ਕੇ ਤੇ ਬੋਰੀ ਇੱਕ ਮਿੱਟੀ ਦੀ ਭਰ ਕੇ ਜਾਂ ਕਿਸੇ ਵੱਡੇ ਥੈਲੇ 'ਚ ਮਿੱਟੀ ਪਾ ਕੇ ਤੇ ਜਿਹੜੀਆਂ ਉੱਪਰੋਂ ਜੜ੍ਹਾਂ ਆਉਂਦੀਆਂ ਨੇ, ਲਖਰਾਂ ਆਉਂਦੀਆਂ ਨੇ, ਉਹਨਾਂ ਦੇ ਵਿੱਚ ਉਹ ਦੱਬ ਦਿੰਦੇ ਆ। ਉਹ ਫਿਰ ਵੱਡੀਆਂ ਵੱਡੀਆਂ ਇਸ ਤਰ੍ਹਾਂ ਬਣ ਜਾਂਦੀਆਂ ਤੇ ਜਦੋਂ ਇੱਦਾਂ ਉਹ ਪਰਬਸ਼ ਹੋ ਜਾਂਦੀਆਂ, ਜ਼ਮੀਨ ਥੱਲੇ ਲੱਗ ਜਾਂਦੀਆਂ ਤੇ ਉਹਨਾਂ ਦੇ ਘਰ ਬਾਬਾ ਸ਼੍ਰੀ ਚੰਦ ਮਹਾਰਾਜ ਪੁੱਤਰ ਦਿੰਦੇ ਆ, ਮਾਵਾਂ ਨੂੰ ਪੁੱਤ, ਭੈਣਾਂ ਨੂੰ ਵੀਰ। ਸੇ ਇੱਥੇ ਬੜੀ ਕਿਰਪਾ ਹੈ। ਮੇਨ ਇਤਿਹਾਸ ਜਿਹੜਾ ਇੱਥੋਂ ਦਾ ਇਹ ਹੈ, ਬਾਬਾ ਕਮਲੀਏ ਜਦੋਂ ਖਾਲੀ ਪਿੰਡ ਚੋਂ ਬਾਹਰ ਨਿਕਲੇ, ਉਹਨਾਂ ਕਿਹਾ ਇਹ ਸ਼ਹਿਰ ਨਹੀਂ, ਇਹ ਕਹਿਰ ਹੋ ਜਾਣ ਵਾਲਾ ਹੈ। ਤੇ ਜਦੋਂ ਵਾਪਸ ਬਾਬਾ ਸ਼੍ਰੀ ਚੰਦ ਦੇ ਕੋਲ ਗਏ ਤੇ ਬਾਬਾ ਸ਼੍ਰੀ ਚੰਦ ਮਹਾਰਾਜ ਨੇ ਪੁੱਛਿਆ ਵੀ ਕਮਲੀਆ ਕੁਛ ਲੈ ਕੇ ਨਹੀਂ ਆਏ? ਉਹਨਾਂ ਕਿਹਾ ਅੱਜ ਤੇ ਕਿਸੇ ਨੇ ਚੁਟਕੀ ਆਟਾ ਵੀ ਨਹੀਂ ਪਾਇਆ। ਸੋ ਬਾਬਾ ਸ਼੍ਰੀ ਚੰਦ ਮਹਾਰਾਜ ਨੇ ਕਿਹਾ ਤੂੰ ਕੁਛ ਕਹਿਤ ਨਹੀਂ ਆਇਆ? ਤੇ ਉਹਨੇ ਕਿਹਾ ਮੈਂ ਕਹਿਤਾ ਵੀ ਇਹ ਸ਼ਹਿਰ ਨਹੀਂ, ਇਹ ਕਹਿਰ ਹੋ ਜਾਣ ਵਾਲਾ ਹੈ, ਇਹ ਢਹਿ ਢੇਰੀ ਹੋ ਜਾਣ ਵਾਲਾ ਹੈ, ਕਿਉਂਕਿ ਕਿਸੇ ਨੇ ਖੈਰ ਨਹੀਂ ਪਾਈ। ਬਾਬਾ ਸ਼੍ਰੀ ਚੰਦ ਮਹਾਰਾਜ ਨੇ ਕਮਲੀ ਜੀ ਨੂੰ ਵਾਪਸ ਭੇਜਿਆ ਤੇ ਕਿਹਾ ਜਾ ਕੇ ਪਿੰਡ ਵਾਲਿਆਂ ਨੂੰ ਕਿਹਾ ਸ਼ਹਿਰ ਦੇ ਵਿੱਚੋਂ ਬਾਹਰ ਹੋ ਜਾਓ, ਇਹ ਗਰਕ ਹੋ ਜਾਣਾ ਥੋੜ੍ਹੇ ਸਮੇਂ 'ਚ, ਕਿਉਂਕਿ ਸੰਤਾਂ ਦਾ ਬਚਨ ਹੋ ਗਿਆ। ਸੋ ਲੋਕ ਪਿੰਡ ਵਾਲੇ ਬਾਹਰ ਨਿਕਲ ਗਏ। ਫਿਰ ਉਹਨਾਂ ਜਾ ਕੇ ਬਾਬਾ ਸ਼੍ਰੀ ਚੰਦ ਕੋਲ ਪੁੱਛਿਆ ਕਿ ਸ਼ਹਿਰ ਕਦੋਂ ਵਸੇਗਾ? ਬਾਬਾ ਸ਼੍ਰੀ ਚੰਦ ਮਹਾਰਾਜ ਨੇ ਕਿਹਾ ਆਹ ਜਿਹੜੀ ਬੋਹੜ ਦੀ ਬਲਦੀ ਆਪਾਂ ਲੱਕੜ ਜਿਹੜੀ ਜ਼ਮੀਨ 'ਚ ਗੱਡੀ ਆ, 1 ਕਿਲੋਮੀਟਰ ਤੁਹਾਡੇ ਕਾਦਰਾਬਾਦ ਸ਼ਹਿਰ ਜਾਏਗੀ, ਉੱਥੇ ਫਿਰ ਇੱਕ ਬੋਹੜ ਵੱਡਾ ਬਣੇਗਾ ਤੇ ਫਿਰ ਇਹ ਸ਼ਹਿਰ ਵਸੇਗਾ। ਇੱਥੇ ਹਰ ਸਾਲ ਮੱਸਿਆ ਲੱਗਦੀ ਹੈ, ਬੋਹੜ ਸਾਹਿਬ ਸੰਗਤਾਂ ਆਉਂਦੀਆਂ, ਮੱਥਾ ਟੇਕਦੀਆਂ ਦਿਨ ਰਾਤ। ਤੇ ਹੋਰ ਇੱਥੇ ਕੋਈ 10-11 ਘਰ ਨੇ ਜਿਹੜੇ ਪਰਿਵਾਰ ਵਸੇ ਹੋਏ ਨੇ, ਕੋਈ 100 ਜੀ ਦੇ ਕਰੀਬ ਇੱਥੇ ਬੋਹੜ ਸਾਹਿਬ। ਤੇ ਇੱਥੇ ਹੁਣ ਬੜੀ ਸਤਿਗੁਰ ਦੀ ਕਿਰਪਾ, ਇਹ ਸ਼ਹਿਰ ਹੁਣ ਦੁਬਾਰਾ ਤੋਂ ਵਸਿਆ ਬਾਬਾ ਜੀ ਦੀ ਕਿਰਪਾ ਨਾਲ। ਸੇਵਾ ਚੱਲ ਰਹੀ ਸੀ ਮਿੱਟੀ ਦੀ ਤੇ ਸਾਡੇ ਜਾਂਗਲੇ ਦਾ ਸੇਵਾਦਾਰ ਸੀ ਬੱਬੂ ਵੀਰ ਹੈ ਉਹਦਾ ਨਾਂ, ਤੇ ਉਹ ਦੋਵੇਂ ਭਰਾ ਇਸ ਟਾਈਮ ਬਾਹਰ ਦੇ ਮੁਲਕ ਆ, ਇਟਲੀ ਦੇ ਵਿੱਚ। ਸੋ ਉਹਦੇ ਉੱਤੋਂ ਦੀ ਟਰਾਲੀ ਜਿਹੜੀ ਇਹ ਮਿੱਟੀ ਦੀ ਸੇਵਾ ਕਰਦੇ ਦੀ ਉੱਤੋਂ ਦੀ ਲੰਘੀ ਭਰੀ, ਕਿੰਨਾ ਵਜ਼ਨ ਹੁੰਦਾ ਉਹਦਾ, ਤੇ ਉਹ ਉਸੇ ਵੇਲੇ ਉੱਠ ਕੇ ਬਹਿ ਗਿਆ। ਇਹ ਬਾਬੇ ਸ਼੍ਰੀ ਚੰਦ ਦਾ ਚਮਤਕਾਰ ਵੇਖਿਆ ਜੀ ਅੱਖੀ। ਅੱਜ ਉਹ ਇਟਲੀ ਦੇ ਵਿੱਚ ਬੈਠੇ ਆ ਸਾਰਾ ਪਰਿਵਾਰ। ਸੋ ਅਸੀਂ ਅੱਜ ਆਪਣੇ ਦਰਸ਼ਕਾਂ ਨੂੰ ਇੱਕ ਅਜਿਹੇ ਸਥਾਨ ਤੇ ਲੈ ਕੇ ਆਏ ਹਾਂ ਕਿ ਜੋ ਹਜ਼ਾਰਾਂ ਸਾਲ ਪਹਿਲਾਂ ਬਾਬਾ ਸ਼੍ਰੀ ਚੰਦ ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਦੇ ਨਾਲ ਇਸ ਜਗ੍ਹਾ ਦਾ ਇਤਿਹਾਸ ਜੁੜਿਆ ਵਾ। ਕਿਸੇ ਵੇਲੇ ਇਹ ਪਿੰਡ ਥੇ ਸੀ, ਇਸ ਪਿੰਡ ਦੇ ਵਿੱਚ ਕੋਈ ਵੀ ਲੋਕ ਨਹੀਂ ਸੀ ਰਹਿੰਦਾ। ਬਾਬਾ ਸ਼੍ਰੀ ਚੰਦ ਜੀ ਦੇ ਸੇਵਾਦਾਰ ਸੀ, ਉਹਨਾਂ ਵੱਲੋਂ ਸ਼ਰਾਪ ਦਿੱਤਾ ਜਾਂਦਾ ਇਸ ਪਿੰਡ ਨੂੰ ਕਿ ਇਹ ਪਿੰਡ ਬਿਲਕੁਲ ਥੇ ਹੋ ਜਾਏਗਾ। ਭਿੱਖਿਆ ਲੈਣ ਜਾਂਦੇ ਨੇ, ਸਿੱਧ ਆਉਂਦੇ ਨੇ ਬਾਬਾ ਜੀ ਦੀ ਭਗਤੀ ਦੇਖਣ ਵਾਸਤੇ ਕਿ ਬਾਬਾ ਜੀ ਕਿੰਨੀ ਕੁ ਭਗਤੀ ਕਰਦੇ ਨੇ, ਕਿਉਂਕਿ ਉਹਨਾਂ ਦਾ ਲੋਕ ਚਰਚਾ ਬੜੀ ਚੱਲੀ ਸੀ ਇਲਾਕੇ ਦੇ ਪੂਰੇ ਦੇ ਵਿੱਚ ਕਿ ਬਾਬਾ ਸ਼੍ਰੀ ਚੰਦ ਜੀ ਵਰਗੇ ਭਗਤ ਕੋਈ ਨਹੀਂ ਹੋ ਸਕਦੇ। ਸੋ ਇਸੇ ਤਰ੍ਹਾਂ ਭਗਤੀ ਦੇਖਣ ਆਉਂਦੇ ਨੇ ਸਿੱਧ ਕਿ ਕਿੰਨੀ ਕੁ ਭਗਤੀ ਬਾਬਾ ਜੀ ਵੱਲੋਂ ਕੀਤੀ ਜਾਂਦੀ ਹੈ। ਸੋ ਦੇਖਣ ਆਉਂਦੇ ਨੇ ਤਾਂ ਆਉਂਦਿਆਂ ਹੀ ਉਹਨਾਂ ਨੂੰ ਕੋਲੋਂ ਭੋਜਨ ਦੀ ਮੰਗ ਕਰਦੇ ਨੇ ਕਿ ਸਾਨੂੰ ਭੁੱਖ ਲੱਗੀ ਹੈ, ਸਾਨੂੰ ਰੋਟੀ ਖਵਾਓ। ਸੋ ਜਦੋਂ ਰੋਟੀ ਲੈਣ ਜਾਂਦੇ ਨੇ ਤਾਂ ਉੱਥੋਂ ਦਾ ਜਦੋਂ ਭਿੱਖਿਆ ਲੈਣ ਆਪਣੇ ਸੰਤ ਨੂੰ ਭੇਜਦੇ ਨੇ, ਆਪਣੇ ਸੇਵਾਦਾਰ ਨੂੰ ਬਾਬਾ ਸ਼੍ਰੀ ਚੰਦ ਜੀ ਭੇਜਦੇ ਨੇ, ਤਾਂ ਉਸ ਨੂੰ ਪਿੰਡ ਕਾਦਰਾਬਾਦ 'ਚ ਕੋਈ ਵੀ ਆਟੇ ਦੀ ਚੂੰਡੀ ਤੱਕ ਨਹੀਂ ਦਿੰਦਾ। ਤਾਂ ਉਸ ਵੇਲੇ ਉਹ ਭਗਤ ਵੱਲੋਂ ਸ਼ਰਾਪ ਦਿੱਤਾ ਜਾਂਦਾ ਵਾ, ਉਸ ਸੇਵਾਦਾਰ ਵੱਲੋਂ ਸ਼ਰਾਪ ਦਿੱਤਾ ਜਾਂਦਾ ਵਾ। ਪਰ ਸੋ ਉਸ ਤੋਂ ਬਾਅਦ ਥੋੜ੍ਹੇ ਸਮੇਂ ਬਾਅਦ ਫਿਰ ਪਿੰਡ ਤੋਂ ਦੁਬਾਰਾ ਫਿਰ ਵਸਣਾ ਸ਼ੁਰੂ ਹੁੰਦਾ ਤੇ ਪਤਾ ਲੱਗਦਾ ਵਾ ਕਿ ਇਸ ਪਿੰਡ ਦੇ ਵਿੱਚ ਸਿਰਫ ਤਾਂ ਸਿਰਫ 10 ਤੋਂ 12 ਘਰ ਨੇ। ਸੋ ਬਾਬਾ ਜੀ ਦੇ ਨਾਲ ਇਤਿਹਾਸ ਜੁੜਿਆ ਵਾ। ਸੋ ਇੱਥੋਂ ਦੇ ਲੋਕ ਨੇ ਜਿਹੜੇ ਨਤਮਸਤਕ ਹੁੰਦੇ ਨੇ, ਆਣ ਕੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜ਼ਰੂਰ, ਤੇ ਆਪਣੇ ਦਰਸ਼ਕਾਂ ਨੂੰ ਇਤਿਹਾਸ ਜ਼ਰੂਰ ਇੱਥੋਂ ਦਾ ਦੱਸਾਂਗੇ।
ਸੋ ਸਾਨੂੰ ਜਿੰਨਾ ਕੁ ਪਤਾ ਸੀ ਅਸੀਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸਿਆ, ਜ਼ਰੂਰ ਸਾਂਝਾ ਕੀਤਾ। ਸੋ ਉਸ ਧੂਣੇ ਦੀਆਂ ਵੀ ਤਸਵੀਰਾਂ ਇੱਕ ਵਾਰੀ ਦਿਖਾ ਦਈਏ, ਉਸ ਮੰਦਿਰ ਦੀਆਂ ਜਾਂ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਜ਼ਰੂਰ ਆਪਣੇ ਦਰਸ਼ਕਾਂ ਦੇ ਨਾਲ ਇੱਕ ਵਾਰੀ ਸਾਂਝੀਆਂ ਕਰਾਂਗੇ ਕਿ ਜਿੱਥੇ ਧੂਣਾ ਲੱਗਦਾ ਵਾ, ਅੱਜ ਵੀ ਧੂਣਾ ਲੱਗਦਾ ਵਾ, ਅੱਜ ਵੀ ਜਿਹੜਾ ਇੱਥੇ ਗੱਦੀ ਤੇ ਜਾਂ ਜਿਹੜਾ ਵੀ ਸੇਵਾਦਾਰ ਆ ਉਹ ਧੂਣਾ ਲਾਉਂਦਾ ਵਾ ਤੇ ਇੱਥੋਂ ਦੀ ਰਾਖ ਜ਼ਰੂਰ ਆਪਣੇ ਘਰਾਂ 'ਚ ਲੈ ਕੇ ਜਾਂਦੇ ਨੇ ਲੋਕ, ਜਿਹੜੇ ਸ਼ਰਧਾਲੂ ਇੱਥੇ ਨਤਮਸਤਕ ਹੋਣ ਆਉਂਦੇ ਨੇ ਦੂਰੋਂ ਦੂਰੋਂ। ਸੋ ਗੱਲਬਾਤ ਜ਼ਰੂਰ ਅਸੀਂ ਕਰਾਂਗੇ, ਇੱਥੋਂ ਦੇ ਲੋਕ ਨੇ ਜਿਹੜੇ ਤੇ ਇਸ ਗੁਰਦੁਆਰੇ ਸਾਹਿਬ ਬਾਰੇ ਜਾਂ ਇਸ ਮੰਦਿਰ ਬਾਰੇ ਇਤਿਹਾਸ ਪੁੱਛਾਂਗੇ ਕਿ ਕੀ ਇਤਿਹਾਸ ਆ। ਨਾਮ ਕੀ ਤੁਹਾਡਾ? ਨਾਮ ਮੇਰਾ ਨਾਮ ਦਵਿੰਦਰ ਅਨਮੋਲ ਜੀ। ਦਵਿੰਦਰ ਜੀ, ਸਭ ਤੋਂ ਪਹਿਲਾਂ ਇਹ ਚੀਜ਼ ਦੱਸਿਓ, ਇਸ ਜਗ੍ਹਾ ਨੂੰ ਗੁਰਦੁਆਰਾ ਸਾਹਿਬ ਕਹਿੰਦੇ ਨੇ ਕਿ ਜਾਂ ਮੰਦਿਰ ਕਹਿੰਦੇ ਨੇ? ਇਸ ਜਗ੍ਹਾ ਨੂੰ ਬਾਬਾ ਜੀ ਕਾਦਰਾਬਾਦ ਬੋੜ ਸਾਹਿਬ, ਕਿਉਂਕਿ ਬਾਬਾ ਸ਼੍ਰੀ ਚੰਦ ਜੀ ਦਾ ਇਹ ਬੋੜ ਸਾਹਿਬ ਆ, ਤੇ ਕਾਦਰਾਬਾਦ ਸ਼ਹਿਰ ਤੇ ਗੁਰਦੁਆਰਾ ਮੰਦਿਰ ਬੋੜ ਸਾਹਿਬ। ਅੱਛਾ, ਗੁਰਦੁਆਰਾ ਸਾਹਿਬ ਵੀ ਕਹਿੰਦੇ ਨੇ ਤੇ ਮੰਦਿਰ ਵੀ ਕਹਿੰਦੇ ਨੇ? ਨਹੀਂ, ਗੁਰਦੁਆਰਾ ਬਿਲਕੁਲ ਨਾਲ ਹੈ ਜੀ ਆ, ਤੇ ਇੱਧਰ ਮੰਦਿਰ ਆ। ਇਸ ਜਗ੍ਹਾ ਨੂੰ ਮੰਦਿਰ ਕਹਿੰਦੇ ਨੇ? ਹਾਂਜੀ, ਬੋੜ ਸਾਹਿਬ ਗੁਰਦੁਆਰਾ। ਇੱਥੋਂ ਦਾ ਇਤਿਹਾਸ ਕੀ ਹੈ ਦਵਿੰਦਰ ਜੀ, ਥੋੜਾ ਜਿਹਾ ਦੱਸੋਗੇ? ਦਰਸ਼ਕਾਂ ਨੂੰ ਜਾਣੂ ਕਰਾਇਓ ਥੋੜਾ ਜਿਹਾ। ਜ਼ਰੂਰ ਜੀ, ਮੈਂ ਕੁਝ ਸ਼ਾਰਟਕਟ ਲਫ਼ਜ਼ਾਂ ਦੇ ਵਿੱਚ ਇਤਿਹਾਸ ਦੱਸਾਂਗਾ ਬਾਬਾ ਸ਼੍ਰੀ ਚੰਦ ਮਹਾਰਾਜ ਦਾ, ਕਿਉਂਕਿ ਬਾਬਾ ਸ਼੍ਰੀ ਚੰਦ ਮਹਾਰਾਜ ਦਾ ਇੰਨਾ ਕੁ ਇਤਿਹਾਸ ਆ ਕਿ ਜਿਹੜਾ ਆਪਾਂ ਬਿਆਨ ਨਹੀਂ ਕਰ ਸਕਦੇ। ਸੋ ਜਿੰਨਾ ਕੁ ਸਾਨੂੰ ਆਉਂਦਾ ਉਹਦੇ ਬਾਰੇ ਜ਼ਰੂਰ ਦੱਸਾਂਗੇ। ਬਾਬਾ ਸ਼੍ਰੀ ਚੰਦ ਜੀ ਮਹਾਰਾਜ ਨਾਨਕ ਚੱਕ ਵਿਖੇ 12 ਸਾਲ ਧੂਣੇ ਤੇ ਬੰਦਗੀ ਕੀਤੀ ਆ, ਤੇ ਉਦੋਂ ਇੱਥੇ ਨਾਨਕ ਚੱਕ ਵਿਖੇ ਜੰਗਲ ਹੁੰਦਾ ਸੀ, ਤੇ ਬਾਬਾ ਸ਼੍ਰੀ ਚੰਦ ਮਹਾਰਾਜ ਇੱਕ ਦਿਨ ਖੁਸ਼ੀ 'ਚ ਆ ਕੇ ਮਾਤਾ ਹਰੋ ਨਾਮ ਦੀ ਜੋ ਔਰਤ ਸੀ, ਉਹ ਬਾਬਾ ਸ਼੍ਰੀ ਚੰਦ ਮਹਾਰਾਜ ਦੀ ਉਹਨੇ ਬਹੁਤ ਸੇਵਾ ਕੀਤੀ, ਬਹੁਤ ਜ਼ਿਆਦਾ ਸੇਵਾ ਕੀਤੀ। ਤੇ ਜਦੋਂ ਉਹ ਬਿਰਧ ਹੋ ਗਏ, ਉਹਨਾਂ ਕੋਲ ਤੁਰਿਆ ਫਿਰਿਆ ਮੁਸ਼ਕਲ ਹੋ ਜਾਂਦਾ ਸੀ, ਤੇ ਬਾਬਾ ਸ਼੍ਰੀ ਚੰਦ ਮਹਾਰਾਜ ਧੂਣੇ 'ਤੇ ਬੈਠੇ ਨੇ, ਤੇ ਉਹਨਾਂ ਨੇ ਕਿਹਾ, ਮਾਤਾ ਜਾ ਹਰੀ ਭਰੀ ਹੋ ਜਾ, ਇੱਕ ਵਾਰ ਫਿਰ 18-19 ਸਾਲ ਦੀ ਉਮਰ 'ਚ ਆ ਜਾ, ਕਿਉਂਕਿ ਤੂੰ ਬਜ਼ੁਰਗ ਹੋ ਗਏ ਆ। ਤੇ ਉਹ ਮਾਤਾ ਹਰੋ ਨੇ ਕਿਹਾ, ਮਹਾਰਾਜ ਮੈਨੂੰ ਤੁਸੀਂ ਸਵਰਗਾਂ ਨੂੰ ਭੇਜੋ, ਕਿਉਂਕਿ ਮੈਂ ਵਿਧਵਾ ਹਾਂ, ਮੈਨੂੰ ਇਹ ਜਿਹੜਾ ਤੁਹਾਡਾ ਬਚਨ ਹੈ ਇਹ ਮਨਜ਼ੂਰ ਨਹੀਂ ਹੈ। ਤੇ ਬਾਬਾ ਸ਼੍ਰੀ ਚੰਦ ਮਹਾਰਾਜ ਨੇ ਕਿਹਾ, ਜਿਹੜਾ ਬਚਨ ਸਾਡਾ ਮੂੰਹ 'ਚੋਂ ਨਿਕਲ ਗਿਆ ਇਹ ਟੱਲ ਪੂਰਾ ਹੋਣਾ ਹੈ। ਤੇ ਬਾਬਾ ਸ਼੍ਰੀ ਚੰਦ ਮਹਾਰਾਜ ਧੂਣੇ 'ਤੇ ਬੈਠੇ, ਬਲਦਾ ਹੋਏ ਧੂਣੇ 'ਚੋਂ ਇੱਕ ਬੋੜ ਦੀ ਲੱਕੜ ਕੱਢੀ ਆ, ਤੇ ਉਹ ਜ਼ਮੀਨ 'ਤੇ ਗੱਡੀ ਆ। ਉਹਨਾਂ ਕਿਹਾ, ਜਾ ਚੋਵਾ, ਮਾਤਾ ਹਰੋ ਨਹੀਂ ਹਰੀ ਹੁੰਦੀ ਤੇ ਤੂੰ ਹਰਿਆ ਹੋ ਜਾ। ਸੋ ਉਹ ਬਾਬਾ ਜੀ ਦੀ ਕਿਰਪਾ ਦੇ ਨਾਲ 1 ਕਿਲੋਮੀਟਰ ਪਿੰਡ ਜਾਂਗਲਾ ਤੇ ਕਾਦਰਾਬਾਦ ਵਿਖੇ, ਜੋ ਕਿ ਪਿੰਡ ਜਾਂਗਲਾ ਦੇ ਬਿਲਕੁਲ ਜ਼ਮੀਨ ਦੇ ਵਿੱਚ ਕਾਦਰਾਬਾਦ ਹੈ, ਜਿੱਥੇ ਸ਼ਹਿਰ ਜਿਹੜਾ ਗਰਕ ਹੋਇਆ ਸੀ ਉਹ ਹੁਣ ਦੁਬਾਰਾ ਵਸਿਆ ਵਾ, ਕਿਉਂਕਿ ਉਹ ਜਿਹੜੀ ਬੋੜ ਦੀ ਜੜ੍ਹ ਹੈ 1 ਕਿਲੋਮੀਟਰ ਤੱਕ ਇੱਥੇ ਚੱਲ ਕੇ ਆਈ ਹੈ। ਤੇ ਇੱਥੇ ਐਡਾ ਵੱਡਾ ਕਈ ਵਿਗਿਆਂ ਦੇ ਵਿੱਚ ਇਹ ਤੁਸੀਂ ਬੋੜ ਵੇਖ ਸਕਦੇ ਜੇ, ਤੇ ਇਹ ਤੁਹਾਨੂੰ ਚੈਨਲ ਵਾਲਿਆਂ ਵਿਖਾਇਆ। ਇੱਥੇ ਬੜੀ ਬੜੀ ਦੂਰੋਂ ਸੰਗਤਾਂ ਮੱਥਾ ਟੇਕਣ ਆਉਂਦੀਆਂ। ਜੀ, ਮੈਂ ਇੱਥੋਂ ਦਾ ਇਤਿਹਾਸ ਕੀ ਹੈ, ਉਹ ਜੜ ਜਦੋਂ ਇੱਥੇ ਆਂਦੀ ਹੈ, ਇੱਥੋਂ ਦਾ ਵੀ ਕੋਈ ਇਤਿਹਾਸ ਹੋਵੇਗਾ ਨਾ, ਤਾਂ ਹੀ ਲੋਕਾਂ ਨੇ ਦੇਖੋ ਲਿਫਾਫਿਆਂ ਦੇ ਵਿੱਚ ਜਾਂ ਬੈਗ ਦੇ ਵਿੱਚ ਕਿੰਨਾ ਕੁਛ ਬੋਰਡ ਦੇ ਨਾਲ ਬੰਨਿਆ ਵਾ। ਹਾਂਜੀ, ਇੱਥੋਂ ਦਾ ਜਿਹੜਾ ਇਤਿਹਾਸ ਹੈ, ਇਹ ਜੋ ਬੋਰਡ ਹੈ ਕਈ ਇਤਿਹਾਸ ਤੇ ਗੁਰਦੁਆਰਾ ਨਾਨਕ ਚੱਕ ਦਾ ਹੋ ਗਿਆ ਨਾ, ਨਾਨਕ ਚੱਕ ਦਾ, ਉੱਥੇ ਹੀ ਧੂਣੇ ਦੇ ਵਿੱਚ ਜਦੋਂ ਬੋਰਡ ਦੀ ਗੱਡੀ ਤੇ ਉਹ ਵਾਲੀ ਜੜ ਇੱਥੋਂ ਤੱਕ ਆਈ ਹੈ। ਠੀਕ ਹੈ, ਇੱਥੋਂ ਦਾ ਇਤਿਹਾਸ ਕੀ ਹੋਇਆ? ਇੱਥੋਂ ਦਾ ਇਤਿਹਾਸ ਇਹ ਹੈ ਕਿ ਜਦੋਂ ਸੰਗਤਾਂ ਇੱਥੇ ਇੱਕ ਮਨ ਇੱਕ ਚਿੱਤ ਹੋ ਕੇ ਇੱਥੇ ਸੇਵਾ ਕਰਦੀਆਂ, ਨਾਮ ਜਪਦੀਆਂ ਜਾਂ ਸੇਵਾਵਾਂ ਨਿਭਾਉਂਦੀਆਂ ਤੇ ਮੱਥਾ ਟੇਕਦੀਆਂ ਬਾਬਾ ਜੀ ਦੇ ਦਰਬਾਰ ਤੇ ਇੱਥੇ ਫਿਰ ਇੱਕ ਜਿਨ੍ਹਾਂ ਦੇ ਘਰ ਔਲਾਦ ਨਹੀਂ ਹੁੰਦੀ ਜਾਂ ਜਿਨ੍ਹਾਂ ਦੇ ਘਰ ਕੋਈ ਬੱਚਾ ਨਹੀਂ ਹੁੰਦਾ, ਉਹ ਫਿਰ ਇੱਥੇ ਆ ਕੇ ਬਾਬਾ ਜੀ ਦੇ ਇੱਥੇ ਬੋੜ ਸਾਹਿਬ ਵਿਖੇ ਆ ਕੇ ਤੇ ਬੋਰੀ ਇੱਕ ਮਿੱਟੀ ਦੀ ਭਰ ਕੇ ਜਾਂ ਕਿਸੇ ਵੱਡੇ ਥੈਲੇ 'ਚ ਮਿੱਟੀ ਪਾ ਕੇ, ਤੇ ਜਿਹੜੀਆਂ ਉੱਪਰੋਂ ਜੜ੍ਹਾਂ ਆਉਂਦੀਆਂ ਨੇ, ਲਖਰਾਂ ਆਉਂਦੀਆਂ ਨੇ, ਉਹਨਾਂ ਦੇ ਵਿੱਚ ਉਹ ਦੱਬ ਦਿੰਦੇ ਆ। ਉਹ ਫਿਰ ਵੱਡੀਆਂ ਵੱਡੀਆਂ ਇਸ ਤਰ੍ਹਾਂ ਬਣ ਜਾਂਦੀਆਂ, ਤੇ ਜਦੋਂ ਇੱਦਾਂ ਉਹ ਪਰਬਸ਼ ਹੋ ਜਾਂਦੀਆਂ, ਜ਼ਮੀਨ ਥੱਲੇ ਲੱਗ ਜਾਂਦੀਆਂ, ਤੇ ਉਹਨਾਂ ਦੇ ਘਰ ਬਾਬਾ ਸ਼੍ਰੀ ਚੰਦ ਮਹਾਰਾਜ ਪੁੱਤਰ ਦਿੰਦੇ ਆ, ਮਾਵਾਂ ਨੂੰ ਪੁੱਤ, ਭੈਣਾਂ ਨੂੰ ਵੀਰ। ਇੱਥੇ ਬੜੀ ਕਿਰਪਾ ਹੈ। ਮੇਨ ਇਤਿਹਾਸ ਜਿਹੜਾ ਇੱਥੋਂ ਦਾ ਇਹ ਹੈ। ਰਵਿੰਦਰ ਜੀ, ਪਤਾ ਲੱਗਦਾ ਵਾ ਕਿ ਇਹ ਪਿੰਡ ਕਿਸੇ ਵੇਲੇ ਹਜ਼ਾਰਾਂ ਸਾਲ ਪਹਿਲਾਂ ਥੇ ਹੋ ਜਾਂਦਾ ਵਾ, ਪਰ ਹੁਣ ਇੱਥੇ ਲੋਕ ਫਿਰ ਵਸਣ ਲੱਗ ਪਏ। ਥੇ ਕਿਹੜੇ ਕਾਰਨਾਂ ਕਰਕੇ, ਕੀ ਉਦੋਂ ਹੋਇਆ ਸੀ, ਭਾਣਾ ਵਰਤਿਆ ਸੀ ਜਿਹੜਾ ਪਿੰਡ ਥੇ ਹੋ ਜਾਂਦਾ? ਇੱਥੇ ਬਾਬਾ ਸ਼੍ਰੀ ਚੰਦ ਮਹਾਰਾਜ ਜਦੋਂ ਨਾਨਕ ਚੱਕ ਵਿਖੇ ਬੰਦਗੀ ਕਰਦੇ ਸਨ, ਉਹਨਾਂ ਕੋਲ 84 ਸਿੱਧ ਆਏ ਸਨ ਬਾਬਾ ਜੀ ਦੀ ਸ਼ਕਤੀ ਪਰਖਣ ਵਾਸਤੇ। ਤੇ ਜਿਸ ਵੇਲੇ ਬਾਬਾ ਜੀ ਕੋਲ ਉਹਨਾਂ ਭੋਜਨ ਦੀ ਮੰਗ ਕੀਤੀ, ਤੇ ਬਾਬਾ ਸ਼੍ਰੀ ਚੰਦ ਮਹਾਰਾਜ ਇੱਥੇ ਕਾਦਰਾਬਾਦ ਸ਼ਹਿਰ ਵਸਦਾ ਸੀ, ਜਿੱਥੇ ਆਪਾਂ ਹੁਣ ਇਸ ਟਾਈਮ ਖੜੇ ਹਾਂ, ਤੇ ਉਹਨਾਂ ਆਪਣੇ ਸੇਵਕ ਕਮਲੀਆ ਜੀ ਨੂੰ ਭੇਜਿਆ ਇੱਥੇ ਖੈਰ ਲੈਣ ਵਾਸਤੇ।
ਤੇ ਜਿਸ ਵੇਲੇ ਬਾਬਾ ਸ਼੍ਰੀ ਚੰਦ ਮਹਾਰਾਜ ਨੇ ਆਪਣੇ ਸੇਵਕ ਨੂੰ ਭੇਜਿਆ ਖੈਰ ਲੈਣ ਵਾਸਤੇ, ਤੇ ਉਹਨਾਂ ਸਿੱਧਾਂ ਨੇ ਐਸੀ ਕਰਾਮਾਤ ਕੀਤੀ ਕਿ ਕਿਸੇ ਨੇ ਕੋਈ ਖੈਰ ਨਹੀਂ, ਲੰਗਰ ਦੀ ਕੋਈ ਰਸਦ ਨਹੀਂ ਪਾਈ। ਬਾਬਾ ਕਮਲੀਏ ਜੀ ਜਦੋਂ ਖਾਲੀ ਪਿੰਡ ਚੋਂ ਬਾਹਰ ਨਿਕਲੇ, ਉਹਨਾਂ ਕਿਹਾ ਇਹ ਸ਼ਹਿਰ ਨਹੀਂ, ਇਹ ਕਹਿਰ ਹੋ ਜਾਣ ਵਾਲਾ ਹੈ। ਤੇ ਜਦੋਂ ਵਾਪਸ ਬਾਬਾ ਸ਼੍ਰੀ ਚੰਦ ਦੇ ਕੋਲ ਗਏ ਤੇ ਬਾਬਾ ਸ਼੍ਰੀ ਚੰਦ ਮਹਾਰਾਜ ਨੇ ਪੁੱਛਿਆ ਵੀ ਕਮਲੀਆ ਕੁਛ ਲੈ ਕੇ ਨਹੀਂ ਆਏ? ਉਹਨਾਂ ਕਿਹਾ ਅੱਜ ਤੇ ਕਿਸੇ ਨੇ ਚੁਟਕੀ ਆਟਾ ਵੀ ਨਹੀਂ ਪਾਇਆ। ਸੋ ਬਾਬਾ ਸ਼੍ਰੀ ਚੰਦ ਮਹਾਰਾਜ ਨੇ ਕਿਹਾ ਤੂੰ ਕੁਛ ਕਹਿ ਤਾਂ ਨਹੀਂ ਆਇਆ? ਤੇ ਉਹਨੇ ਕਿਹਾ ਮੈਂ ਕਹਿਤਾ ਵੀ ਇਹ ਸ਼ਹਿਰ ਨਹੀਂ, ਇਹ ਕਹਿਰ ਹੋ ਜਾਣ ਵਾਲਾ ਹੈ, ਇਹ ਢਹਿ ਢੇਰੀ ਹੋ ਜਾਣ ਵਾਲਾ ਹੈ, ਕਿਉਂਕਿ ਕਿਸੇ ਨੇ ਖੈਰ ਨਹੀਂ ਪਾਈ। ਬਾਬਾ ਸ਼੍ਰੀ ਚੰਦ ਮਹਾਰਾਜ ਨੇ ਕਮਲੀਏ ਜੀ ਨੂੰ ਵਾਪਸ ਭੇਜਿਆ ਤੇ ਕਿਹਾ ਜਾ ਕੇ ਪਿੰਡ ਵਾਲਿਆਂ ਨੂੰ ਕਿਹਾ ਸ਼ਹਿਰ ਦੇ ਵਿੱਚੋਂ ਬਾਹਰ ਹੋ ਜਾਓ, ਇਹ ਗਰਕ ਹੋ ਜਾਣਾ ਥੋੜ੍ਹੇ ਸਮੇਂ 'ਚ, ਕਿਉਂਕਿ ਸੰਤਾਂ ਦਾ ਬਚਨ ਹੋ ਗਿਆ। ਸੋ ਲੋਕ ਪਿੰਡ ਵਾਲੇ ਬਾਹਰ ਨਿਕਲ ਗਏ। ਫਿਰ ਉਹਨਾਂ ਜਾ ਕੇ ਬਾਬਾ ਸ਼੍ਰੀ ਚੰਦ ਕੋਲ ਪੁੱਛਿਆ ਕਿ ਸ਼ਹਿਰ ਕਦੋਂ ਵਸੇਗਾ? ਬਾਬਾ ਸ਼੍ਰੀ ਚੰਦ ਮਹਾਰਾਜ ਨੇ ਕਿਹਾ ਆਹ ਜਿਹੜੀ ਬੋਰਡ ਦੀ ਬਲਦੀ ਆਪਾਂ ਲੱਕੜ ਜਿਹੜੀ ਜ਼ਮੀਨ 'ਚ ਗੱਡੀ ਆ, 1 ਕਿਲੋਮੀਟਰ ਤੁਹਾਡੇ ਕਾਦਰਾਬਾਦ ਸ਼ਹਿਰ ਜਾਏਗੀ, ਉੱਥੇ ਫਿਰ ਇੱਕ ਬੋਰਡ ਵੱਡਾ ਬਣੇਗਾ ਤੇ ਫਿਰ ਇਹ ਸ਼ਹਿਰ ਵਸੇਗਾ। ਹੁਣ ਇਹ ਸ਼ਹਿਰ ਵਸ ਚੁੱਕਾ ਹੈ। ਇੱਥੇ ਹਰ ਸਾਲ ਮੱਸਿਆ ਲੱਗਦੀ ਹੈ, ਬੋਰਡ ਸਾਹਿਬ ਸੰਗਤਾਂ ਆਉਂਦੀਆਂ ਮੱਥਾ ਟੇਕਦੀਆਂ ਦਿਨ ਰਾਤ। ਤੇ ਹੋਰ ਇੱਥੇ ਕੋਈ 10-11 ਘਰ ਨੇ ਜਿਹੜੇ ਪਰਿਵਾਰ ਵਸੇ ਹੋਏ ਨੇ, ਕੋਈ 100 ਜੀ ਦੇ ਕਰੀਬ ਇੱਥੇ ਬੋਰਡ ਸਾਹਿਬ। ਤੇ ਇੱਥੇ ਹੁਣ ਬੜੀ ਸਤਿਗੁਰੂ ਦੀ ਕਿਰਪਾ, ਇਹ ਸ਼ਹਿਰ ਹੁਣ ਦੁਬਾਰਾ ਤੋਂ ਵਸਿਆ ਬਾਬਾ ਜੀ ਦੀ ਕਿਰਪਾ ਨਾਲ। ਬਿਲਕੁਲ, ਜੇਕਰ ਗੱਲ ਕੀਤੀ ਜਾਏ ਕਿ ਕਿੰਨੀ ਕੁ ਜਗ੍ਹਾ ਦੇ ਵਿੱਚ ਇਹ ਸਾਰੇ ਬੋਰਡ ਦੀਆਂ ਜੜ੍ਹਾਂ ਜਾਂ ਬੋਰਡ ਦੇ ਦਰਖਤ ਫੈਲੇ ਹੋਏ ਨੇ? ਇੱਥੇ ਸਰ ਮਤਲਬ ਕਈ ਵਿਗਿਆਂ ਦੇ ਵਿੱਚ ਇਹ ਜਿਹੜਾ ਬੋਰਡ ਫੈਲਿਆ ਹੋਇਆ ਜੀ, ਤੇ ਹੋਰ ਵੀ ਅੱਗੇ ਤੋਂ ਫੈਲ ਰਿਹਾ ਤੇ ਕਾਫੀ ਦੂਰ ਦੂਰ ਤੱਕ ਇਹ ਹੋਰ ਵੀ ਅੱਗੇ ਵਧੇਗਾ ਜੀ। ਬਿਲਕੁਲ, ਜਹਾਂਗੀਰ ਨਾਲ ਵੀ ਜੁੜਿਆ ਵਾ ਕੋਈ ਇੱਥੋਂ ਦਾ ਇਤਿਹਾਸ? ਹਾਂਜੀ, ਇੱਥੇ ਜਹਾਂਗੀਰ ਬਾਦਸ਼ਾਹ ਸੀ ਜਦੋਂ ਉਸ ਸਮੇਂ ਬਾਬਾ ਜੀ ਬੰਦਗੀ ਕਰਦੇ ਹਨ, ਤੇ ਉਹਨਾਂ ਕਿਹਾ ਕਿ ਬਾਬੇ ਸ਼੍ਰੀ ਚੰਦ ਮਹਾਰਾਜ ਦਾ ਬੜਾ ਨਾਂ ਹੈ। ਉਹਨਾਂ ਆਪਣੇ ਅਹਿਲਕਾਰਾਂ ਨੂੰ ਪੁੱਛਿਆ ਕਿ ਇੱਥੇ ਸਭ ਤੋਂ ਜ਼ਿਆਦਾ ਕਿਹਦਾ ਨਾਂ ਹੈ? ਉਹਨਾਂ ਕਿਹਾ ਗੁਰੂ ਨਾਨਕ ਪਾਤਸ਼ਾਹ ਦਾ ਪੁੱਤਰ ਆ ਬਾਬਾ ਸ਼੍ਰੀ ਚੰਦ ਮਹਾਰਾਜ। ਇਸ ਟਾਈਮ ਉਹ ਨਾਨਚੱਕ ਜ਼ਿਲ੍ਹਾ ਗੁਰਦਾਸਪੁਰ ਵਿਖੇ ਬੰਦਗੀ ਕਰ ਰਹੇ ਨੇ, ਨਾਨਕ ਚੱਕ ਵਿਖੇ। ਤੇ ਉਹਨੇ ਰਾਜੇ ਨੇ ਹਾਥੀ ਭਜਵਾਇਆ ਬਾਬਾ ਜੀ ਵਾਸਤੇ ਕਿ ਬਾਬਾ ਜੀ ਨੂੰ ਹਾਥੀ ਉੱਪਰ ਚੜ੍ਹਾ ਕੇ ਤੇ ਮੇਰੇ ਦਰਬਾਰ ਤੇ ਲਿਆਂਦਾ ਜਾਵੇ। ਜਦੋਂ ਹਾਥੀ ਭੇਜਿਆ, ਨਾਲ ਸਿਪਾਹੀ ਭੇਜੇ ਜਹਾਂਗੀਰ ਬਾਦਸ਼ਾਹ ਨੇ ਨਾਨਚੱਕ ਵਿਖੇ, ਤੇ ਉਹ ਜਿਹੜੇ ਹਾਥੀ ਤੇ ਬਾਬਾ ਸ਼੍ਰੀ ਚੰਦ ਨੇ ਕਿਹਾ ਮੇਰੀ ਪਹਿਲੋਂ ਆ ਲੋਈ ਰੱਖੋ। ਜਦੋਂ ਉੱਪਰ ਲੋਈ ਹਾਥੀ ਦੇ ਉੱਤੇ ਰੱਖੀ ਆ ਤੇ ਹਾਥੀ ਜਿਹੜਾ ਵਾ ਐਨਾ ਨਾਲ ਜ਼ਮੀਨ ਦੇ ਵਿੱਚ ਧੱਸ ਗਿਆ ਤੇ ਚੀਕਾਂ ਮਾਰਨ ਲੱਗ ਗਿਆ। ਉਹਨਾਂ ਕਿਹਾ, ਬਾਬਾ ਸ਼੍ਰੀ ਚੰਦ ਨੇ ਕਿਹਾ ਤੁਹਾਡਾ ਹਾਥੀ ਤੇ ਸਾਡੀ ਇੱਕ ਲੋਈ ਨਹੀਂ ਚੁੱਕ ਸਕਦਾ, ਤੇ ਸਾਡਾ ਜਿਹੜਾ ਵਜਨ ਹੈ ਸਾਨੂੰ ਕਿੱਦਾਂ ਚੁੱਕ ਕੇ ਖੜੇਗਾ ਭਾਲ ਕੇ। ਉਹ ਫਿਰ ਵਾਪਸ ਮੁੜ ਗਏ ਤੇ ਬਾਬਾ ਸ਼੍ਰੀ ਚੰਦ ਮਹਾਰਾਜ ਆਕਾਸ਼ ਮਾਰਗ ਦੇ ਰਾਹੀਂ ਫਿਰ ਉਹ ਰਾਜੇ ਦੇ ਕੋਲ ਗਏ ਆ। ਫਿਰ ਬਾਬਾ ਜੀ ਉਹ ਰਾਜਾ ਢਹਿ ਕੇ ਚਰਨੀ ਪੈ ਗਿਆ ਬਾਬਾ ਜੀ ਦੇ, ਤੇ ਬਾਬਾ ਜੀ ਦੀ ਮਹਿਮਾ ਗਾਉਣ ਲੱਗਾ। ਦਵਿੰਦਰ ਜੀ, ਅਸੀਂ ਦੇਖਿਆ ਵਾ ਕਿ ਲੋਕ ਬੈਗ ਬਣ ਕੇ ਗਏ ਨੇ ਇੱਥੇ, ਆਪੋ ਆਪਣੀ ਸ਼ਰਧਾ ਦੇ ਮੁਤਾਬਕ ਮਿੱਟੀ ਪਾ ਕੇ, ਰਾਖ ਪਾ ਕੇ, ਤੇ ਬੋਰਡ ਦੀਆਂ ਜੜ੍ਹਾਂ ਜਿਹੜੀਆਂ ਫੈਲ ਰਹੀਆਂ ਵਾ ਉਹਨਾਂ ਨੂੰ ਕਵਰ ਕਰ ਗਏ ਨੇ। ਸੋ ਫਿਰ ਇਹਨਾਂ ਨੂੰ ਕਦੋਂ ਆਣ ਕੇ ਖੋਲ੍ਹਦੇ ਨੇ? ਇਹ ਜਦੋਂ ਥੈਲਿਆਂ ਦੇ ਵਿੱਚ ਮਿੱਟੀ ਪਾ ਕੇ ਤੇ ਉਹ ਆਪਣੀ ਮਨੋਕਾਮਨਾ ਅੱਗੇ ਰੱਖਦੇ ਨੇ ਕਿ ਬਾਬਾ ਜੀ ਸਾਨੂੰ ਪੁੱਤਰ ਦਾ ਵਰ ਬਖਸ਼ੋ ਜਾਂ ਸਾਡਾ ਬੇਟਾ ਬਾਹਰ ਦੇ ਮੁਲਕ ਜਾਵੇ। ਸੋ ਇਸ ਤਰ੍ਹਾਂ ਵੱਖ-ਵੱਖ ਆਪੋ ਆਪਣੀਆਂ ਮੰਗਾਂ ਦੇ ਅਨੁਸਾਰ ਬਾਬਾ ਜੀ ਦੇ ਚਰਨਾਂ 'ਚ ਆਉਂਦੇ ਨੇ ਇੱਥੇ ਬੋਰਡ ਸਾਹਿਬ ਵਿਖੇ। ਤੇ ਫਿਰ ਉਹ ਜਿਹੜੀਆਂ ਜੜ੍ਹਾਂ ਉਹ ਮਿੱਟੀ ਦੇ ਵਿੱਚ ਪਾ ਕੇ ਗੱਡ ਕੇ, ਤੇ ਉਹ ਜਿਵੇਂ ਜਿਵੇਂ ਜੜ੍ਹ ਜਦੋਂ ਥੱਲੇ ਜ਼ਮੀਨ ਨਾਲ ਲੱਗਦੀ ਆ, ਤੇ ਫਿਰ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ, ਸੁੱਖਾਂ ਨੇ, ਇੱਥੋਂ ਪੂਰੀਆਂ ਹੁੰਦੀਆਂ ਨੇ। ਦਵਿੰਦਰ ਜੀ, ਤੁਸੀਂ ਚਲੋ ਇੱਥੇ ਲੰਬੇ ਸਮੇਂ ਤੋਂ ਰਹਿ ਰਹੇ ਹੋ, ਤੁਸੀਂ ਕੋਈ ਕਰਨੀ ਇਹੋ ਜਿਹੀ ਵੇਖੀ ਹੋਵੇ ਜਿਹੜੀ ਤੁਸੀਂ ਆਪ ਵੇਖੀ ਹੈ, ਜਾਂ ਇੱਕ ਤਾਂ ਸੁਣੀ ਹੁੰਦੀ ਹੈ ਨਾ, ਇੱਕ ਆਪ ਵੇਖੀ ਹੁੰਦੀ ਹੈ? ਹਾਂਜੀ, ਇੱਥੇ ਨਾ ਸੇਵਾ ਚੱਲ ਰਹੀ ਸੀ ਮਿੱਟੀ ਦੀ, ਤੇ ਸਾਡੇ ਜੰਗਲੇ ਦਾ ਸੇਵਾਦਾਰ ਸੀ ਬੱਬੂ ਵੀਰ ਹੈ ਉਹਦਾ ਨਾਂ, ਤੇ ਉਹ ਦੋਵੇਂ ਭਰਾ ਇਸ ਟਾਈਮ ਬਾਹਰ ਦੇ ਮੁਲਕ ਆ, ਇਟਲੀ ਦੇ ਵਿੱਚ। ਸੋ ਉਹਦੇ ਉੱਤੋਂ ਦੀ ਟਰਾਲੀ ਜਿਹੜੀ ਸੀ ਮਿੱਟੀ ਦੀ ਸੇਵਾ ਕਰਦੇ ਦੀ ਉੱਤੋਂ ਦੀ ਲੰਘੀ ਭਰੀ, ਕਿੰਨਾ ਵਜ਼ਨ ਹੁੰਦਾ ਉਹਦਾ, ਤੇ ਉਹ ਉਸੇ ਵੇਲੇ ਉੱਠ ਕੇ ਬਹਿ ਗਿਆ। ਇਹ ਬਾਬੇ ਸ਼੍ਰੀ ਚੰਦ ਦਾ ਚਮਤਕਾਰ ਵੇਖਿਆ ਜੀ ਅੱਖੀਂ। ਅੱਜ ਉਹ ਇਟਲੀ ਦੇ ਵਿੱਚ ਬੈਠੇ ਆ ਸਾਰਾ ਪਰਿਵਾਰ, ਗੁਰਪਾਲ ਮਿੰਟੂ ਤੇ ਬੱਬੂ, ਤੇ ਉਹਨਾਂ ਦੇ ਡੈਡੀ ਜੀ ਇੱਥੇ ਨੇ, ਬਾਕੀ ਸਾਰਾ ਪਰਿਵਾਰ ਉੱਧਰ ਆ, ਸਾਦਾ ਸਿੰਘ ਲੈਨਮੈਨ, ਤੇ ਉਹ ਵੀ ਬੜੀ ਸੇਵਾ ਕਰਦੇ ਬਾਬਾ ਜੀ ਦੇ ਦਰਬਾਰ। ਦਵਿੰਦਰ ਜੀ, ਇੱਕ ਇਤਿਹਾਸ ਵੀ ਪਤਾ ਲੱਗਾ ਹੈ 11 ਸਾਲ 11 ਮਹੀਨੇ 11 ਦਿਨ ਦਾ ਕੋਈ ਨੌਜਵਾਨ ਸੀ, ਉਹ ਵੀ ਕੋਈ ਇਤਿਹਾਸ ਜੁੜਿਆ ਵਾ ਇੱਥੋਂ ਦਾ? ਹਾਂਜੀ, ਬਾਬਾ ਸ਼੍ਰੀ ਚੰਦ ਮਹਾਰਾਜ ਕੋਲ ਇੱਕ ਛੋਟਾ ਬੱਚਾ ਸੀ,
ਤੇ ਉਹ ਜਦੋਂ ਬਾਬਾ ਸ਼੍ਰੀ ਚੰਦ ਮਹਾਰਾਜ ਦੇ ਕੋਲ ਆਇਆ ਕਰਦਾ ਤੇ ਬਾਬਾ ਸ਼੍ਰੀ ਚੰਦ ਮਹਾਰਾਜ ਨੇ ਕਿਹਾ, ਬੇਟਾ ਤੂੰ ਰੋਜ਼ ਸੁੱਕਦਾ ਜਾਂਦਾ ਵਾ, ਤੈਨੂੰ ਕੀ ਬਿਮਾਰੀ ਲੱਗੀ ਆ? ਉਹਨੇ ਕਿਹਾ, ਮਹਾਰਾਜ ਮੇਰੀ ਉਮਰ ਬੜੀ ਘੱਟ ਆ। ਉਹਨਾਂ ਕਿਹਾ, ਕਿੰਨੀ ਆ? ਉਹਨੇ ਕਿਹਾ, 11 ਸਾਲ 11 ਦਿਨ 11 ਮਹੀਨੇ ਮੇਰੀ ਉਮਰ ਹੈ ਤੇ ਬਾਬਾ ਜੀ ਮੈਂ ਤੇ ਮਰ ਜਾਣਾ ਹੈ, ਇਸ ਕਰਕੇ ਨਾ ਮੈਂ ਕੁਝ ਖਾਣਾ ਹੈ ਨਾ ਪੀਣਾ ਹੈ। ਬਾਬਾ ਸ਼੍ਰੀ ਚੰਦ ਮਹਾਰਾਜ ਨੇ ਕਿਰਪਾ ਕੀਤੀ, ਧੂਣੇ ਤੇ ਬੈਠਿਆਂ ਸਿਰ ਤੇ ਹੱਥ ਰੱਖ ਕੇ ਕਿਹਾ, ਤੇਰੀ 111 ਸਾਲ ਤੇ 111 ਮਹੀਨੇ ਤੇ 111 ਦਿਨ ਉਮਰ ਬਾਬਾ ਜੀ ਨੇ ਉਹਨਾਂ ਦੀ ਵਧਾਈ ਹੈ ਜੀ, ਆਸ਼ੀਰਵਾਦ ਦੇ ਨਾਲ। ਸੋ ਦਵਿੰਦਰ ਜੀ, ਤੁਹਾਨੂੰ ਤਾਂ ਸ਼ਾਇਦ ਯਾਦ ਨਹੀਂ, ਪਰ ਸਾਨੂੰ ਯਾਦ ਆ। ਅੱਜ ਤੋਂ ਕਰੀਬ ਕੋਈ 8 ਮਹੀਨੇ ਜਾਂ 10 ਮਹੀਨੇ ਪਹਿਲਾਂ ਅਸੀਂ ਅੱਗੇ ਵੀ ਤੁਹਾਡੀ ਇੰਟਰਵਿਊ ਕੀਤੀ, ਪੰਜਾਬੀ ਲੋਕ ਗਾਇਕ ਹੋ ਤੁਸੀਂ। ਕੋਈ ਸ਼ਬਦ ਕੋਈ ਇੱਥੋਂ ਵਾਸਤੇ ਕੋਈ, ਕਿਉਂਕਿ ਲਾਗੇ ਤੇ ਤੁਹਾਡਾ ਘਰ ਆ, ਕੋਈ ਸ਼ਬਦ ਕੀਰਤਨ ਕੋਈ ਆਂਦਾ ਹੋਵੇ ਜਾਂ ਬਾਬੇ ਦੇ ਨਾਂ 'ਤੇ? ਕਿਉਂਕਿ ਪਤਾ ਅਸੀਂ ਖੁਦ ਇੰਟਰਵਿਊ ਕੀਤੀ, ਜਿਸ ਦੱਸਿਆ ਸੀ ਤੁਸੀਂ ਕਿ ਮੈਂ ਆਪਣੀ ਕਲਮ ਦੇ ਨਾਲ ਹੀ ਆਪ ਗੀਤ ਲਿਖਦਾ ਵਾਂ, ਸ਼ਬਦ ਲਿਖਦਾ ਵਾਂ, ਕਿਉਂਕਿ ਇੱਥੋਂ ਹੀ ਸਾਰੀ ਬਖਸ਼ਿਸ਼ ਹੋਈ ਹੈ ਤੁਹਾਨੂੰ। ਸੋ ਮੇਰਾ ਆਪਣਾ ਲਿਖਿਆ ਹੋਇਆ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦਾ ਗੀਤ ਜੋ ਫਰੈਸ਼ ਰਿਕਾਰਡ ਨਾਭੇ ਤੋਂ ਜੱਸੀ ਭਾਜੀ ਨੇ ਰਿਕਾਰਡ ਕੀਤਾ, ਸੋ ਉਹਦੀਆਂ ਕੁਛ ਲਾਈਨਾਂ। ਸ੍ਰੀ ਚੰਦਰ ਤੇਰੇ ਦਰ ਤੇ ਆ ਕੇ ਅਰਸ਼ਾਂ ਕੁਰਸ਼ਾਂ ਦਾ ਹਰ ਸ਼ਿੰਗਾਰ ਤੱਕਿਆ, ਤੇਰੇ ਦਰ ਤੇ ਆ ਕੇ ਰਾਜੇ ਰਾਣੀਆਂ ਨੂੰ ਝਾੜੂ ਮਾਰਦੇ ਬਰਖਰਦਾਰ ਤੱਕਿਆ। ਗੁਰੂ ਨਾਨਕ ਦਾ ਲਾਲ ਕਰੀ ਜਾਂਦਾ ਏ ਕਮਾਲ, ਕੁੱਲ ਆਲਮ ਦੇ ਮਨ ਨੂੰ ਪਾਉਂਦਾ ਜੀ ਬਾਬਾ ਸ਼੍ਰੀ ਚੰਦ ਜੀ, ਸੰਗਤਾਂ ਦੇ ਬੇੜੇ ਬੰਨੇ ਲਾਉਂਦਾ ਜੀ ਬਾਬਾ ਸ਼੍ਰੀ ਚੰਦ ਜੀ। ਗੁਰੂ ਨਾਨਕ ਦਾ ਲਾਲ ਕਰੀ ਜਾਂਦਾ ਏ ਕਮਾਲ, ਉਹਦੇ ਧੂਣੇ ਦੀ ਭਭੂਤੀ ਦੁੱਖ ਕੱਟਦੀ, ਤਾਈਓ ਸੰਭ ਕੇ ਸੰਗਤ ਨਿਤ ਰੱਖਦੀ। ਜਿਹੜੇ ਕਰਦੇ ਨੇ ਸੇਵਾ ਮਿਲੇ ਸੇਵਾ ਨਾਲ ਮੇਵਾ, ਨਾ ਕਦੇ ਦੁੱਖ ਜ਼ਿੰਦਗੀ ਵਿੱਚ ਆਉਂਦਾ ਜੀ ਬਾਬਾ ਸ਼੍ਰੀ ਚੰਦ ਜੀ, ਸੰਗਤਾਂ ਦੇ ਬੇੜੇ ਬੰਨੇ ਲਾਉਂਦਾ ਜੀ ਬਾਬਾ ਸ਼੍ਰੀ ਚੰਦ ਜੀ। ਦਵਿੰਦਰ ਜੀ, ਇੱਕ ਚੀਜ਼ ਦੱਸਿਓ, ਭਭੂਤੀ ਦਾ ਜ਼ਿਕਰ ਕੀਤਾ ਤੁਸੀਂ, ਆਪ ਸ਼ਬਦ ਲਿਖਿਆ ਵਾ, ਭਭੂਤੀ ਦਾ ਵੀ ਥੋੜਾ ਜਿਹਾ ਦਰਸ਼ਕਾਂ ਨੂੰ ਦੱਸ ਦਿਓ। ਧੂਣਾ ਜ਼ਰੂਰ ਅੰਦਰ ਲੱਗਾ ਵਾ, ਭਭੂਤੀ ਦਾ ਨਹੀਂ ਦੱਸਿਆ, ਉਹ ਦੱਸ ਦਿਓ। ਕਿਉਂਕਿ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਧੂਣੇ ਦੀ ਜਿਹੜੀ ਭਭੂਤੀ ਹੈ ਉਹ ਸੰਗਤਾਂ ਖੜਦੀਆਂ ਤੇ ਮਸਤਕ ਤੇ ਲਾਉਂਦੀਆਂ, ਨਾਲੇ ਖਾਂਦੀਆਂ ਵੀ ਆ, ਤੇ ਉਹ ਪ੍ਰਸ਼ਾਦ ਤੌਰ ਤੇ ਭਭੂਤੀ ਜਿਹੜੀ ਬਾਬਾ ਸ਼੍ਰੀ ਚੰਦ ਦੀ ਖੜਦੀਆਂ, ਉਹ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੋਵੇ, ਬੜੀ ਲੰਬੀ ਤੋਂ ਲੰਬੀ ਕੋਈ ਵੀ ਪ੍ਰੋਬਲਮ ਹੋਵੇ, ਉਹ ਭਭੂਤੀ ਲਾ ਕੇ ਜਦੋਂ ਇਨਸਾਨ ਘਰੋਂ ਨਿਕਲਦਾ ਹੈ ਉਹਦਾ ਹਰ ਕੰਮ ਜਿਹੜਾ ਪੂਰਾ ਹੁੰਦਾ ਹੈ। ਉਸ ਭਭੂਤੀ ਦੇ ਨਾਲ ਇੰਨੀ ਉਹਦੇ ਵਿੱਚ ਸ਼ਕਤੀ ਹੈ ਬਾਬਾ ਸ਼੍ਰੀ ਚੰਦ ਦੀ ਭਭੂਤੀ 'ਚ, ਹਰ ਕਾਰਜ ਪੂਰਾ ਹੁੰਦਾ, ਹਰ ਦੁੱਖ ਦੂਰ ਹੁੰਦਾ ਜੀ। ਸੋ ਦਵਿੰਦਰ ਜੀ, ਜਾਂਦੇ ਜਾਂਦੇ ਸੰਗਤਾਂ ਨੂੰ, ਦਰਸ਼ਕਾਂ ਨੂੰ ਇੱਕ ਸ਼ਬਦ ਹੋਰ ਸ਼੍ਰੀ ਚੰਦ ਦਾ ਸੁਣਾ ਦਿਓ। ਘਰ ਘਰ ਅੰਦਰ ਖੁਸ਼ੀਆਂ ਹੋਈਆਂ, ਸ਼੍ਰੀ ਚੰਦ ਅਵਤਾਰ ਲਿਆ, ਸੁਲੱਖਣੀ ਮਾਂ ਦੀ ਗੋਦ 'ਚ ਖੇਡੇ, ਗੁਰੂ ਨਾਨਕ ਦਾ ਪਿਆਰ ਪਿਆ। ਘਰ ਘਰ ਅੰਦਰ ਖੁਸ਼ੀਆਂ ਹੋਈਆਂ, ਧਰਤੀ ਮਾਂ 'ਚ ਖੁਸ਼ੀਆਂ ਅੰਦਰ ਫੁੱਲੀ ਨਹੀਂ ਸਮਾਉਂਦੀ ਏ, ਭੂਵਾ ਨਾਨਕੀ ਨਿਰੰਕਾਰ ਦਾ 100 ਸ਼ੁਕਰ ਮਨਾਉਂਦੀ ਏ। ਸੁਲੱਖਣੀ ਦੇ ਕੇ ਜਨਮ ਜਤੀ ਨੂੰ, ਸੁਲੱਖਣੀ ਦੇ ਕੇ ਜਨਮ ਜਤੀ ਨੂੰ, ਦੁਨੀਆ ਤੋਂ ਸਤਿਕਾਰ ਲਿਆ, ਸੁਲੱਖਣੀ ਮਾਂ ਦੀ ਗੋਦ 'ਚ ਖੇਡੇ, ਗੁਰੂ ਨਾਨਕ ਦਾ ਲਾਲ ਪਿਆ। ਘਰ ਘਰ ਅੰਦਰ ਖੁਸ਼ੀਆਂ ਹੋਈਆਂ, ਕੰਨਾਂ ਦੇ ਵਿੱਚ ਮਾਸ ਦਾ ਮੁੰਦਰਾ, ਸਿਰ ਤੇ ਸੋਹਣ ਜਟਾਵਾਂ ਨੇ। ਜਦੋਂ ਬਾਬਾ ਸ਼੍ਰੀ ਚੰਦ ਮਹਾਰਾਜ ਦਾ ਜਨਮ ਹੋਇਆ ਤੇ ਕੰਨ ਦੇ ਵਿੱਚ ਮਾਸ ਦਾ ਮੁੰਦਰਾ ਸੀ, ਇਹ ਨਿਸ਼ਾਨੀ ਸੀ ਬਾਬਾ ਸ਼੍ਰੀ ਚੰਦ ਦੀ ਕਿ ਇਹ ਬੰਦਗੀ ਵਾਲੇ ਨੇ। ਕੰਨਾਂ ਦੇ ਵਿੱਚ ਮਾਸ ਦਾ ਮੁੰਦਰਾ, ਸਿਰ ਤੇ ਸੋਹਣ ਜਟਾਵਾਂ ਨੇ, ਨੈਣਾਂ ਦੇ ਵਿੱਚ ਨਾਮ ਖੁਮਾਰੀ, ਦਿਲ ਵਿੱਚ ਸ਼ੋਭੇ ਛਾਵਾਂ ਨੇ। ਜਿਸਨੇ ਉਸ ਦੇ ਦਰਸ਼ਨ ਕੀਤੇ, ਤਨ ਮਨ ਆਪਣਾ ਠਾਰ ਲਿਆ, ਸੁਲੱਖਣੀ ਮਾਂ ਦੀ ਗੋਦ 'ਚ ਖੇਡੇ, ਗੁਰੂ ਨਾਨਕ ਦਾ ਪਿਆਰ ਪਿਆ। ਘਰ ਘਰ ਅੰਦਰ ਖੁਸ਼ੀਆਂ ਹੋਈਆਂ, ਸ੍ਰੀ ਚੰਦ ਅਵਤਾਰ ਲਿਆ, ਸੁਲੱਖਣੀ ਮਾਂ ਦੀ ਗੋਦ 'ਚ ਖੇਡੇ, ਗੁਰੂ ਨਾਨਕ ਦਾ ਪਿਆਰ ਪਿਆ। ਘਰ ਘਰ ਅੰਦਰ ਖੁਸ਼ੀਆਂ ਹੋਈਆਂ। ਇਹ ਅਮਰੀਕ ਸਿੰਘ ਗਾਜੀ ਨੰਗਲ ਜੋ
ਸਾਡੇ ਰਿਸ਼ਤੇਦਾਰ ਦੁਨੀਆ 'ਚੋਂ ਵੀ ਆ, ਬਹੁਤ ਵਧੀਆ ਕਲਾਕਾਰ ਨੇ। ਇਹ ਉਹਨਾਂ ਦਾ ਰਿਕਾਰਡ ਹੋਇਆ ਗੀਤ ਹੈ MMC ਕੰਪਨੀ 'ਚੋਂ। ਥੈਂਕ ਯੂ ਜੀ। ਦਵਿੰਦਰ ਜੀ, ਕੋਈ ਸੇਵਾਦਾਰ ਵੀ ਇੱਥੇ ਹੈਗਾ ਵਾ? ਹਾਂਜੀ, ਇੱਥੇ ਸੇਵਾਦਾਰ ਜੀ ਬਾਬਾ ਜੀ ਨੇ ਲਾਏ ਨੇ ਰਣਜੀਤ ਸਿੰਘ, ਸਾਡੇ ਜੰਗਲੇ ਤੋਂ ਆ, ਜਿਹੜੇ ਇੱਥੋਂ ਦੇ ਡੰਗਰਾਂ ਵਾਸਤੇ ਪੱਠਿਆਂ ਦਾ ਪ੍ਰਬੰਧ। ਹੋਰ ਇੱਕ ਸਾਡੇ ਜੰਗਲੇ ਤੋਂ ਆ, ਤੇ ਇੱਕ ਹੋਰ ਵੀਰ ਆ, ਤੇ ਕੁਛ ਸੇਵਾਦਾਰ ਸੇਵਾ ਕਰਨ ਵੀ ਆ ਜਾਂਦੇ ਨੇ। ਉਹ ਵੀ ਇੱਥੇ ਝਾੜੂ ਫੇਰਦੇ ਨੇ, ਪਾਣੀ ਧਾਣੀ ਲਾਉਂਦੇ ਨੇ, ਡੰਗਰਾਂ ਨੂੰ ਪੱਠੇ ਵੀ ਪਾਉਂਦੇ। ਸੋ ਗੱਲਬਾਤ ਜ਼ਰੂਰ ਕੀਤੀ ਹੈ ਦਵਿੰਦਰ ਨਾਲ, ਪਿੰਡ ਵਾਸੀ ਇੱਥੋਂ ਦੇ। ਉਹਨਾਂ ਨੇ ਦੱਸਿਆ ਵਾ ਕਿ ਕਿਸੇ ਵੇਲੇ ਇਹ ਪਿੰਡ ਜਿਹੜਾ ਸੀ ਇੱਕਦਮ ਥੇ ਹੋ ਗਿਆ ਸੀ, ਪਰ ਗੁਰੂ ਮਹਾਰਾਜ ਦੀ ਐਸੀ ਕਿਰਪਾ ਹੋਈ ਹੈ ਤੇ ਪਿੰਡ ਫਿਰ ਤੋਂ ਦੁਬਾਰਾ ਵਸਿਆ ਵਾ। ਇੱਥੇ ਲੋਕ ਦੁਬਾਰਾ ਵਸਣੇ ਸ਼ੁਰੂ ਹੋਏ ਨੇ। ਸੋ ਮੈਂ ਇੱਕ ਵਾਰੀ ਜ਼ਰੂਰ ਤਸਵੀਰਾਂ ਜਾਂਦੇ ਜਾਂਦੇ ਆਪਣੇ ਦਰਸ਼ਕਾਂ ਨੂੰ ਦਿਖਾ ਦੇਵਾਂਗਾ ਕਿ ਕਿਸ ਤਰ੍ਹਾਂ ਇਸ ਜਿਹੜੀ ਨਾਨਕ ਚੱਕ ਤੋਂ ਜੜ ਚੱਲਦੀ ਹੈ, ਉਸ ਜੜ ਦੀ ਟਾਹਣੀ ਦੀ ਜਦੋਂ ਤਾਂ ਇੱਥੋਂ ਤੱਕ ਆਉਂਦੀ ਹੈ, 1 ਕਿਲੋਮੀਟਰ ਤੱਕ ਦਾ ਸਫ਼ਰ ਆ ਜਿਹੜਾ 1 ਕਿਲੋਮੀਟਰ ਤੱਕ ਇੱਥੋਂ ਤੱਕ ਜੜ ਆਉਂਦੀ ਹੈ ਤਾਂ ਫਿਰ ਪਿੰਡ ਵਸਣਾ ਸ਼ੁਰੂ ਹੁੰਦਾ ਵਾ। ਸੋ ਗੁਰੂ ਮਹਾਰਾਜ ਨੇ ਉਦੋਂ ਇਹੋ ਹੀ ਵਰ ਦਿੱਤਾ ਸੀ ਪਿੰਡ ਵਾਲਿਆਂ ਨੂੰ, ਜਦੋਂ ਪਿੰਡ ਥੇ ਹੋ ਜਾਂਦਾ ਵਾ, ਕਿ ਜਦੋਂ ਇਸ ਬੋਰਡ ਦੀ ਜੜ ਜੇਕਰ ਕਾਦਰਾਬਾਦ ਤੱਕ ਜਦੋਂ ਪਹੁੰਚੇਗੀ, ਉਦੋਂ ਕਾਦਰਾਬਾਦ ਫਿਰ ਤੋਂ ਇੱਕ ਵਾਰੀ ਹਰਾ ਭਰਾ ਹੋਵੇਗਾ। ਸੋ ਇਸੇ ਤਰ੍ਹਾਂ ਹੀ ਇਹ ਪਿੰਡ ਫਿਰ ਤੋਂ ਦੁਬਾਰਾ ਹਰਾ ਭਰਾ ਹੋਣਾ ਸ਼ੁਰੂ ਹੋਇਆ, ਲੋਕ ਇੱਥੇ ਰਹਿਣੇ ਸ਼ੁਰੂ ਹੋਏ। ਅਤੇ ਨਾਲ ਦੀ ਨਾਲ ਅਸੀਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਕਵਾਂਗੇ ਕਿ ਇਸ ਵੀਡੀਓ ਨੂੰ ਘੱਟੋ ਘੱਟ ਸ਼ੇਅਰ ਜ਼ਰੂਰ ਕਰ ਦਿਓ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਪਤਾ ਲੱਗ ਸਕੇ ਕਿ ਸਾਡੇ ਗੁਰੂ ਪੀਰਾਂ ਦੇ ਕੀ ਇਤਿਹਾਸ ਨੇ। ਸੋ ਕੈਮਰਾਮੈਨ ਬੰਟੀ ਦੇ ਨਾਲ ਜਤਿੰਦਰ ਕੁੰਡਲ, ਪੰਜਾਬ ਨਿਊਜ਼, ਗੁਰਦਾਸਪੁਰ।